ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਸਰਕਾਰ ਜਾਂ ਜਿਹੜੀਆਂ ਸੱਤਾਧਾਰੀ ਪਾਰਟੀਆਂ ਜਿਹੜੇ ਤੱਕੜੀ ਵੱਟੇ ਪਾਉਂਦੀਆਂ ਨੇ। ਇਹ ਆਮ ਤੌਰ ਤੇ ਕਹਾਵਤ ਪ੍ਰਚਲਿਤ ਹੈ ਕਿ ਸਿਆਸਤ ਜੋ ਵੀ ਕੁਛ ਕਰਦੀ ਹੈ ਉਹਨੂੰ ਪੂਰਾ ਮਿਹਨਤ ਤੋਲ ਕੇ ਕਰਦੀ ਹੈ। ਪਰ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਗੱਲਾਂ ਨਾ ਤਾਂ ਜਾਇਜ਼ ਹੀ ਹੁੰਦੀਆਂ ਤੇ ਨਾ ਹੀ ਚੰਗੀਆਂ ਲੱਗਦੀਆਂ। ਮਾਵਾਂ ਧੀਆਂ ਦਾ ਸਤਿਕਾਰ ਸਕੀਮ ਜਿਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਬੜੀ ਡਿਟੇਲ ਦੇ ਨਾਲ ਚਰਚਾ ਕੀਤੀ ਸੀ ਸ਼ਰਮਾ ਜੀ। ਉਹਦੇ ਬਾਰੇ ਇਹ ਹੈ ਵੀ ਮਾਵਾਂ ਧੀਆਂ ਦੀ ਸਤਿਕਾਰ ਦਾ ਜਿਹੜੀ ਇਹ ਸਕੀਮ ਹੈ ਉਹਦਾ ਲਾਭ ਤਾਂ ਹੈ ਜੇ ਮਾਵਾਂ ਧੀਆਂ ਵੋਟਰਾਂ ਦਾ। ਕੀ ਇਹ ਸੱਚ ਹੈ ਜੀ? ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਮੌਕੇ ਵਿਪਾਸ਼ਨਾ ਸੈਂਟਰ 'ਚ ਨੇ ਜੀ ਤੇ ਉਹਨਾਂ ਨੇ ਆਪਣਾ ਸਮਾਂ ਹੋਰ ਵਧਾ ਲਿਆ ਹੈ ਨਾ। ਉਹ ਰੋਮ ਸੜਦਾ ਰਿਹਾ ਤੇ ਨੀਰੂ ਬਾਂਸਰੀ ਵਜਾਉਂਦਾ ਰਿਹਾ ਤੇ ਇਹ ਆਪਣੀ ਬਾਂਸਰੀ ਉੱਥੇ ਵਜਾ ਰਹੇ ਨੇ। ਤੇ ਪੰਜਾਬ ਦੀ ਜੋ ਸਥਿਤੀ ਆਪਾਂ ਜਾਣਦੇ ਹੀ ਹਾਂ ਕਿ ਕਿੰਨੇ ਮਾਮਲਿਆਂ 'ਚ ਦੇਖੋ ਜਦੋਂ ਗਏ ਸੀ ਤਦ ਵੀ ਪੰਜਾਬ ਦੇ ਮੂਹਰੇ ਚੁਣੌਤੀਆਂ ਖੜੀਆਂ ਸੀ, ਖਾਸ ਕਰਕੇ ਇਹਨਾਂ ਦੇ ਆਪਣੇ ਮਾਮਲੇ ਜੇ ਆਪਾਂ ਦੇਖਾਂ ਜਿਹੜਾ ਐਕਟ ਲਿਆਏ ਸੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ, ਉਹ ਮਾਮਲਾ ਚੱਲ ਰਿਹਾ ਸੀ। ਇਹਨਾਂ ਦੀ ਆਪਣੀ ਵੀਡੀਓ ਕਾਂਡ ਵਾਲਾ ਮਾਮਲਾ ਸੀਗਾ ਤੇ ਇਹ ਲੈਂਡ ਪੂਲਿੰਗ ਵਾਲੀ ਮਸਲੇ ਤੇ ਮੋਹਰ ਲਾ ਕੇ ਤੁਰ ਗਏ, ਉਹ ਮਾਮਲਾ ਖੜਾ ਜੀ। ਸੋ ਇੱਕ ਤਾਂ ਇਹ ਮਾਮਲੇ ਜਿਹੜੇ ਤਾਜ਼ੇ ਸਾਹਮਣੇ ਆ ਰਹੇ ਸੀ ਉਹ ਸੀਗੇ। ਦੂਸਰੇ ਜਿਹੜੇ ਇਹਨਾਂ ਦੇ ਜਾਣ ਪਿੱਛੋਂ ਸਾਹਮਣੇ ਆਏ ਫਿਲਮ ਸਤਲੁਜ ਦੇ ਹਵਾਲੇ ਨਾਲ ਵੱਡੀ ਚਰਚਾ ਛੱਡ, ਉਹ ਸਾਰੇ ਚੋਂ ਆਪ ਪਿੱਠ ਕਰਕੇ ਖੜੇ ਨੇ ਹੈਨਾ। ਤੇ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਆ ਨਵਾਂ ਮਾਮਲਾ ਆ ਗਿਆ ਜਿਹੜਾ ਅਮਰੀਕਾ ਵਾਲਾ ਆ ਗਿਆ ਕਿ ਅਮਰੀਕਾ ਨੇ ਜਿਹੜੇ ਖੁਲਾਸੇ ਕੀਤੇ ਨੇ ਇਹਨਾਂ ਦੇ ਅਧਿਕਾਰੀਆਂ ਤੱਕ ਮਾਮਲਾ ਆਉਂਦਾ। ਇਹ ਗ੍ਰਹਿ ਮੰਤਰੀ ਵੀ ਨੇ ਤੇ ਜਿਹਨਾਂ ਦੇ SHO ਕਰਦੇ ਨੇ ਉਹਨਾਂ ਮਾਮਲਿਆਂ 'ਚ ਤਾਂ ਇਹਨਾਂ ਦਾ ਵੀ ਸਵਾਲ ਹੈ, ਪਰ ਇਹ ਕਿਸੇ ਮਾਮਲੇ ਤੇ ਨਹੀਂ ਬੋਲੇ ਜੀ। ਸਹੀ ਹੈ, ਠੀਕ ਹੈ। ਤੁਸੀਂ ਜੇ ਉੱਥੇ ਵਿਪਾਸ਼ਨਾ 'ਚ ਹੋ ਸਕਦਾ ਕਿ ਸੱਚਮੁੱਚ ਤੁਸੀਂ ਸਾਰੇ ਸਿਸਟਮ ਤੋਂ ਦੂਰ ਹੋਵੋ, ਤੁਸੀਂ ਹੁਣ 4 ਦਿਨ ਹੋਰ ਵਧਾ ਲਏ ਉੱਥੇ ਰਹਿਣ ਦੇ, ਪਰ ਤੁਹਾਨੂੰ ਹੋਰ ਕੁਛ ਨਹੀਂ ਚੇਤੇ ਆਇਆ, ਵੋਟਰ ਚੇਤੇ ਆਏ। ਮੁੱਖ ਮੰਤਰੀ ਸਾਹਿਬ ਨੇ ਉੱਥੋਂ ਬੈਠ ਕੇ ਸੁਨੇਹਾ ਵੀਡੀਓ ਰੂਪ 'ਚ ਸਾਹਮਣੇ ਲਿਆਂਦਾ ਕਿ ਜੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਵਿੱਚ ਉਹਨਾਂ ਹੀ ਮਾਵਾਂ ਧੀਆਂ ਨੂੰ ਲਾਭ ਮਿਲੂਗਾ ਜਿਹੜੇ ਪੰਜਾਬ ਦੇ ਵੋਟਰ ਹੋਣਗੇ, ਇਸ ਲਈ ਆਪਣੀ ਵੋਟ ਜ਼ਰੂਰ ਬਣਵਾ ਲਓ। ਠੀਕ ਹੈ, ਅੱਛਾ। ਦੇਖੋ ਪੰਜਾਬ ਦੇ ਵਿੱਚ ਇਸ ਮੌਕੇ SIR ਚੱਲ ਰਹੀ ਆ, ਪਿੰਡਾਂ 'ਚ ਲਾਲ ਲਕੀਰ ਵਾਲਾ ਸਰਵੇ ਦਾ ਮਾਮਲਾ ਚੱਲ ਰਿਹਾ ਤੇ ਤੁਸੀਂ ਸਮੁੱਚੇ ਪੰਜਾਬ ਦੇ ਵਿੱਚ SIR ਨੂੰ ਲੈ ਕੇ ਪਹਿਰੇਦਾਰੀ ਕਰੋ ਨਾ ਜੇ ਕਰਨੀ ਹੈ। ਸਹੀ ਹੈ, ਵੋਟਾਂ ਦਾ ਬਾਅਦ ਇਸ ਸਮੇਂ ਮਤਲਬ ਸਭ ਤੋਂ ਵੱਡਾ ਖਤਰਾ ਲੋਕਾਂ ਨੂੰ ਇਹ ਖੜਾ ਕਿ ਸਾਡੀ ਵੋਟ ਨਾ ਕੱਟੀ ਜਾਵੇ ਜੀ। ਵੋਟ ਬਣਾਉਣਾ, ਵੋਟ ਦੀ ਰੱਖਿਆ ਕਰਨਾ ਕਾਨੂੰਨ ਦੀ, ਸਿਸਟਮ ਦੀ, ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਵੋਟਰ ਦੀ ਆਪਣੀ ਉਹ ਬਣਾਤੀ ਸਾਰੀ ਜ਼ਿੰਮੇਵਾਰੀ। ਚਾਹੀਦਾ ਤਾਂ ਇਹ ਸੀ ਚੋਣ ਕਮਿਸ਼ਨ ਪਹਿਰੇਦਾਰੀ ਕਰਦਾ ਕਿ ਕੋਈ ਵੋਟ ਤੋਂ ਵਾਂਝਾ ਨਾ ਰਹਿ ਜਾਵੇ ਜਿਹੜਾ ਵੋਟਰ ਹੈ ਜਾਂ ਜਿਹਦੀ ਨਵੀਂ ਬਣਨੀ ਜਿਹੜਾ ਉਮਰ 'ਚ ਆ ਗਿਆ ਉਹਦੀ ਵੋਟ ਬਣਨੀ ਚਾਹੀਦੀ ਹੈ। ਜਦੋਂ ਜਨਮ ਸਰਟੀਫਿਕੇਟ ਵਾਲੀ ਪ੍ਰਕਿਰਿਆ ਅੱਜ ਦੀ ਤਰੀਕ 'ਚ, ਤਾਂ ਚੋਣ ਕਮਿਸ਼ਨ ਕੋਲ ਆਪਣੇ ਆਪ ਮੈਸੇਜ ਜਾਣਾ ਚਾਹੀਦਾ ਨਾ ਕਿ ਲਓ ਜੀ ਆ ਫਲਾਣਾ ਜਵਾਕ ਫਲਾਣੇ ਥਾਂ ਤੇ 18 ਸਾਲ ਦਾ ਹੋ ਗਿਆ, ਉਹਦੀ ਵੋਟ ਬਣਾਉਣ ਜਾਓ ਬਈ। ਸਹੀ ਹੈ। ਜੇ ਇੰਸ਼ੋਰੈਂਸ ਵਾਲੇ ਤੁਹਾਨੂੰ ਜਦੇ SMS ਭੇਜ ਸਕਦੇ ਨੇ, ਜੇ ਤੁਹਾਡੀ ਗੱਡੀ ਦੀ ਪੋਲਿਊਸ਼ਨ ਮੁੱਕਣ ਤੇ ਤੁਹਾਨੂੰ ਜਦੇ SMS ਆ ਸਕਦਾ ਹੈ, ਜਿਸ ਵਿੱਚ ਚਲਾਨ ਕੱਟਣ ਤੇ ਜਦੇ SMS ਭੇਜ ਸਕਦੇ ਹੋ, ਤਾਂ ਫਿਰ ਚੋਣ ਕਮਿਸ਼ਨ ਕੋਲ ਡਾਟਾ ਕਿਉਂ ਨਹੀਂ ਕਿ ਆ ਜਵਾਕ ਇੰਨੀ ਤਰੀਕ ਨੂੰ ਜੰਮਿਆ ਸੀ, ਇੰਨੀ ਤਰੀਕ ਨੂੰ 18 ਦਾ ਹੋ ਗਿਆ, ਲਓ ਜੀ ਅਸੀਂ ਤੁਹਾਡੇ ਘਰ ਤੁਹਾਡੀ ਵੋਟ। ਉਹਨਾਂ ਦੀ ਜ਼ਿੰਮੇਵਾਰੀ ਲੋਕਾਂ ਦੇ ਗੱਲ ਪਾ ਦਿਓ, ਆਪਣੀ ਜ਼ਿੰਮੇਵਾਰੀ ਆਪੇ ਲਓ ਜੀ। ਤੁਸੀਂ ਜੇ ਆਪਣੀ ਵੋਟ ਬਚਾ ਸਕਦੇ ਹੋ ਬਚਾ ਲਓ, ਸਹੀ ਹੈ। ਬਣਾ ਸਕਦੇ ਹੋ ਬਣਾ ਲਓ, ਨਹੀਂ ਬਚਾ ਸਕਦੇ ਹੋ ਬਚਾ ਲਓ। ਕਮਾਲ। ਤੇ ਇਸ ਸਮੇਂ ਫਿਰ ਮੁੱਖ ਮੰਤਰੀ ਸਾਹਿਬ ਦਾ ਰੋਲ ਵੱਡਾ ਸੀ ਨਾ। ਸਹੀ ਹੈ। ਉਹਨਾਂ ਨੇ ਸਮੁੱਚੀ SIR ਦੀ ਗੱਲ ਕਰਨ ਦੀ ਬਜਾਏ, ਸਮੁੱਚੇ ਪੰਜਾਬ ਦੇ ਵੋਟਰਾਂ ਦੀ ਪਹਿਰੇਦਾਰੀ ਕਰਨ ਦੀ ਬਜਾਏ ਨਿਸ਼ਾਨਾ ਕਿੱਥੇ ਬੰਨਿਆ? ਮਾਵਾਂ ਧੀਆਂ ਸਤਿਕਾਰਯੋਗ। ਮਤਲਬ ਮਾਵਾਂ ਧੀਆਂ ਦਾ ਸਤਿਕਾਰ ਤਾਂ ਹੈ ਜੇ ਤੁਸੀਂ ਵੋਟਰ ਹੋ, ਨਹੀਂ ਮੈਨੂੰ ਕੋਈ ਮਤਲਬ ਨਹੀਂ ਤੋਂ ਕਹਿਣਾ ਉਹ ਇਹ ਚਾਹੁੰਦੇ ਨੇ। ਇਹਦਾ ਮਤਲਬ ਉਹ 1000-1500 ਰੁਪਏ ਰਾਹੀਂ ਇਹ ਸੁਨੇਹਾ ਦੇ ਰਹੇ ਨੇ ਕਿ ਵੀ ਹੁਣ ਵੋਟ ਪੱਕੀ ਕਰ ਲਓ। ਇਹ ਵੋਟ ਬਣਾਉਣ ਲਈ ਨਹੀਂ ਕਹਿ ਰਹੇ, ਵੋਟ ਪਾਉਣ ਲਈ ਕਹਿ ਰਹੇ ਨੇ ਕਿ ਭਾਈ ਅਗਲੀਆਂ ਚੋਣਾਂ 'ਚ ਮੈਨੂੰ ਵੋਟ ਪਾਉਣੀ ਆ। ਮੈਨੂੰ ਇੱਕ ਸਾਥੀ ਬੜੀ ਕਮਾਲ ਦੀ ਗੱਲ ਕੱਲ ਸੁਣਾ ਰਿਹਾ ਸੀ। ਹਾਂਜੀ। ਕਹਿੰਦਾ ਜੀ ਇਹਨਾਂ ਦਾ ਤਰੀਕਾਕਾਰ ਦੇਖਿਓ ਕੀ ਆ। ਠੀਕ ਹੈ। ਕਹਿੰਦਾ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਫੈਲਾਈ ਨਾ, ਟੂ ਨੂੰ ਪ੍ਰਚਲਿਤ ਕੀਤਾ ਨਾ ਕਿ ਵੀ ਤੁਹਾਡੇ ਫੋਨ 'ਚ ਟੂ ਹੋ ਗਈ, ਆ ਦੇਖੋ ਵੀ ਟੂ ਆ ਰਹੀ ਹੈ, ਚੈੱਕ ਕਰੋ ਵੀ ਇਹ ਕਿਤੇ ਘਰ ਵਾਲਾ ਨਾ ਕਢਾ ਲਵੇ, ਹੈ ਨਾ। ਟੂ ਦੇ ਟਾਈਮ ਫੋਨ ਨੂੰ ਗੁੱਤਣਾ ਬੰਨ ਲਿਓ। ਸਹੀ ਹੈ। ਟੂ ਸ਼ਬਦ ਪ੍ਰਚਲਿਤ ਕੀਤਾ। ਕਹਿੰਦਾ ਹੁਣ ਇਹਦਾ ਅਗਲਾ ਐਪੀਸੋਡ ਦੇਖਿਓ। ਜਦੋਂ ਚੋਣਾਂ ਆਉਣਗੀਆਂ ਤਦ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਕਹਿਣਗੇ ਕਿ ਅਸੀਂ ਤੁਹਾਡੇ ਫੋਨਾਂ 'ਚ ਟੂ ਕਰਾਈ ਸੀ ਨਾ, ਹੁਣ ਤੁਸੀਂ EVM 'ਚ ਟੂ ਕਰਾਓ। ਸਹੀ ਹੈ, ਬਿਲਕੁਲ। ਕਹਿੰਦਾ ਉਹਨੂੰ ਏਦਾਂ ਪ੍ਰਚਾਰਨਗੇ। ਸੋ ਉਹ ਗੱਲ ਜੇ ਮੈਨੂੰ 2 ਦਿਨ ਪਹਿਲਾਂ ਦੱਸੇ ਰਹੇ ਸੀ ਇਸ ਤਰੀਕੇ ਕਰਨ ਨਾਲ ਕਿ ਇਹਨਾਂ ਦੀ ਏਦਾਂ ਦੀਆਂ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ, ਤੇ ਕੱਲ ਹੀ ਇਹ ਮਾਮਲਾ ਸਾਹਮਣੇ ਆ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਮਾਵਾਂ ਧੀਆਂ ਦਾ ਸਤਿਕਾਰ ਤਾਂ ਜੇ ਤੁਸੀਂ ਵੋਟਰ ਹੋ। ਸੋ ਇਹਦਾ ਮਤਲਬ ਗੱਲ ਉੱਥੇ ਲਿਆਉਣਾ ਚਾਹੁੰਦੇ ਨੇ। ਸਹੀ ਹੈ। ਇਹਦਾ ਮਤਲਬ ਜੇ ਕੋਈ ਧੀ 18 ਸਾਲ ਦੀ ਹੋ ਗਈ, ਉਹਦੀ ਵੋਟ ਨਹੀਂ ਅਜੇ ਬਣੀ,
ਜਾਂ ਕੋਈ ਬੱਚੀ ਵਿਆਹ ਕੇ ਦੂਈ ਥਾਂ ਆਈ ਆ ਤੇ ਪਿਛਲੇ ਦਸਤਾਵੇਜ਼ ਨਹੀਂ ਜਮ੍ਹਾਂ ਕਰਾ ਸਕੀ ਤੇ ਹੁਣ ਉਹਦੀ ਵੋਟ ਕੱਟੀ ਜਾਣੀ ਆ। ਤੇ ਕੇਂਦਰ ਤਾਂ ਪਹਿਲਾਂ ਹੀ ਕਹਿੰਦਾ ਕਿ ਨਾ ਵੋਟਰ ਨਾਗਰਿਕ, ਨਾ ਆਧਾਰ ਕਾਰਡ ਨਾਗਰਿਕ, ਨਾ ਪਾਸਪੋਰਟ ਨਾਗਰਿਕ, ਨਾ ਰਾਸ਼ਨ ਕਾਰਡ ਨਾਗਰਿਕ। ਤੇ ਤੁਸੀਂ ਵੀ ਕਹਿ ਦਿਓ ਫਿਰ ਆ ਕੇ, ਚਾਹੇ ਮਾਂ ਧੀ ਇੱਥੇ ਸਾਡੇ ਇੱਥੇ ਜੰਮੀਆਂ ਹੋਣ, ਜੇ ਤੁਹਾਡੀ ਥਾਂ ਬਦਲ ਗਈ, ਏਰੀਆ ਬਦਲ ਗਿਆ, ਵਿਆਹ ਹੋ ਕੇ ਕਿਤੇ ਆ ਗਏ ਜਾਂ ਕਿਸੇ ਕਾਰਨ ਵੋਟ ਕੱਟੀ ਗਈ, ਫਿਰ ਮੈਂ ਤੁਹਾਨੂੰ ਆਪਣਾ ਨਹੀਂ ਮੰਨਦਾ। ਮਤਲਬ ਉਹਦੀ ਵੋਟ ਬਚਾਉਣ ਲਈ ਜਾਂ ਉਹਦੇ ਸਹੀ ਜਾਣਨ ਦੇ ਲਈ ਕੋਸ਼ਿਸ਼ ਨਹੀਂ ਕਰਨੀ, ਅਸੀਂ ਸਿਰਫ ਇੱਥੇ ਹੀ ਨਿਗਾਹ ਰੱਖਣੀ ਆ ਕਿ ਉਹਦੀ ਵੋਟ ਕੱਟੀ ਗਈ, ਲਓ ਵੀ 1000-1500 ਨੂੰ ਪਾਉਣਾ ਬੰਦ ਕਰ ਦਿਓ। ਸੋ ਫਿਰ ਤੁਹਾਡੀਆਂ ਯੋਜਨਾਵਾਂ ਕਾਹਦੀਆਂ ਨੇ ਜੀ? ਇੱਥੋਂ ਹਿਸਾਬ ਲਾ ਲਓ, ਸਿਰਫ ਇਹ ਵੋਟ ਕੈਪਚਰ ਕਰਨ ਦੀ ਯੋਜਨਾਵਾਂ। ਸਹੀ ਹੈ, ਬਿਲਕੁਲ ਜੀ।